हेलो दोस्तों, लास्ट चैप्टर ਦੇ ਵਿੱਚ ਆਪਾਂ ਭਿੰਨਾਂ ਬਾਰੇ ਗੱਲ ਕੀਤੀ ਸੀ, ਫ੍ਰੈਕਸ਼ਨਸ ਬਾਰੇ ਗੱਲ ਕੀਤੀ ਸੀ, ਬੜੀਆਂ ਟਾਈਪਸ ਕੀਤੀਆਂ ਸੀ 2/3 5/8 17/4 ਬੜੀਆਂ ਟਾਈਪਸ ਬਾਰੇ ਡਿਸਕਸ ਕੀਤਾ ਸੀ। ਅੱਜ ਆਪਾਂ ਨੈਕਸਟ ਟੌਪਿਕ ਦਸ਼ਮਲਵ ਦੀ ਗੱਲ ਕਰਦੇ ਹਾਂ। ਬੇਸਿਕਲੀ ਜੋ ਇਹ ਮਤਲਬ ਹੈ ਨਾ, ਇਹਦਾ ਨਾਮ ਹੈ ਨਾ, ਇਹਦਾ ਨਾਮ ਹੈਗਾ ਦਸ਼ਮਲਵ ਭਿੰਨ। ਅਗਰ ਇਹਨੂੰ ਆਪਾਂ ਐਕਚੁਅਲ ਗੱਲ ਕਰੀਏ ਤਾਂ ਇਸ ਨੂੰ ਦਸ਼ਮਲਵ ਭਿੰਨ ਜਾਂ ਡੈਸੀਮਲ ਫ੍ਰੈਕਸ਼ਨਸ ਬੋਲਦੇ ਹਾਂ। ਅਗਰ ਆਪਾਂ ਇਸ ਤੇ ਗੱਲ ਕਰੀਏ ਡੈਸੀਮਲ ਫ੍ਰੈਕਸ਼ਨਸ ਬੋਲਦੇ ਹਾਂ। ਕੀ ਖਾਸੀਅਤ ਹੁੰਦੀ ਹੈ, ਜਦੋਂ ਨਾਰਮਲ ਆਪਾਂ ਭਿੰਨਾਂ ਦੀ ਗੱਲ ਕੀਤੀ ਸੀ ਤਾਂ ਇੱਥੇ ਜੋ ਹਰ ਹੈ ਉਹ ਕੋਈ ਵੀ ਸੰਖਿਆ ਹੋ ਸਕਦੀ ਹੈ, 3 4 5 6, ਬਸ 0 ਤੋਂ ਬਿਨਾ 3 4 5 6 10 20 24। ਲੇਕਿਨ ਜਦੋਂ ਆਪਾਂ ਦਸ਼ਮਲਵ ਭਿੰਨ ਦੀ ਗੱਲ ਕਰਾਂਗੇ ਤਾਂ ਜਿਹੜਾ ਹਰ ਹੈ ਉਹ 10 100 1000 ਇਹ ਹੁੰਦਾ। ਹਾਂ, ਸਰਲ ਕਰਕੇ ਉਹ ਕੋਈ ਵੀ ਆ ਸਕਦਾ, ਪਰ ਜਦੋਂ ਦਸ਼ਮਲਵ ਤੇ ਗੱਲ ਕਰਦੇ ਹਾਂ ਤਾਂ ਆਪਾਂ ਜਿਹੜਾ ਬੇਸ ਹੈ ਉਹ 10 100 1000 ਜਾਂ ਇਹਦੇ ਗੁਣਨਖੰਡ 2 5 ਆਪਾਂ ਉਸ ਤੇ ਗੱਲ ਕਰ ਸਕਦੇ ਹਾਂ। ਮੈਂ ਉਦਾਹਰਨ ਲੈ ਕੇ ਚੱਲ ਰਿਹਾ, ਜਿਵੇਂ 5/10 17/10 48/10 125/10 25/100 45/100। ਤਾਂ ਜਿੱਥੇ ਹਰ ਦੇ ਵਿੱਚ 10 ਜਾਂ 10 ਦੀ ਘਾਤ ਵਾਲੇ ਹੋਣ, ਜਿਵੇਂ ਆਪਾਂ ਕਹਿ ਸਕਦੇ ਹਾਂ 100 1000 ਹੋਵੇ, ਉਹਨਾਂ ਨੂੰ ਕੀ ਬੋਲਦੇ ਹਾਂ ਆਪਾਂ? ਦਸ਼ਮਲਵ ਭਿੰਨ ਬੋਲਦੇ ਹਾਂ। ਦੇਖੋ ਉਹ ਇੱਕ ਅਲੱਗ ਚੀਜ਼ ਹੈ, ਇਹਨੂੰ ਆਪਾਂ ਹੱਲ ਕਰ ਸਕਦੇ ਹਾਂ, ਜਿਵੇਂ 5 ਏਕਮ 5 5, ਉਹ ਇੱਕ ਅਲੱਗ ਫੈਕਟਰ ਨੇ ਆਪਣੇ। ਪਰ ਜਦੋਂ ਆਪਾਂ ਉਹਨੂੰ ਦਸ਼ਮਲਵ ਦੇ ਵਿੱਚ ਬਦਲਣਾ ਹੈ, ਉਸ ਟਾਈਮ ਆਪਾਂ ਨੂੰ ਕੀ ਚਾਹੀਦੇ ਨੇ? 10 100 1000 10000 1 ਲੱਖ 10 ਲੱਖ। ਆਪਾਂ ਨੂੰ ਹਰ ਦੇ ਵਿੱਚ ਇਹ ਸੰਖਿਆਵਾਂ ਚਾਹੀਦੀਆਂ ਨੇ। ਤਾਂ ਦਸ਼ਮਲਵ ਭਿੰਨ ਕਿਹੜੇ ਹੋ ਗਏ? ਅਗਰ ਭਿੰਨ ਉਹ ਭਿੰਨ ਰੂਪ ਜਿਨ੍ਹਾਂ ਦਾ ਹਰ 10 100 1000 ਜਾਂ 2000 ਹੋਵੇ, ਇਹ ਤਾਂ ਹੋ ਗਿਆ ਇਹਦਾ ਭਿੰਨ ਰੂਪ। ਇੱਕ ਬੜੀ ਇੰਪੋਰਟੈਂਟ ਚੀਜ਼ ਹੈ, ਤੁਹਾਡੇ ਕੋਲੇ ਜਿਓਮੈਟਰੀ ਬਾਕਸ ਹੈ, ਜਿਓਮੈਟਰੀ ਬਾਕਸ ਦੇ ਵਿੱਚ ਇੱਕ ਫੁੱਟਾ ਪਿਆ ਜਿਹਨੂੰ ਆਪਾਂ ਸਕੇਲ ਬੋਲਦੇ ਹਾਂ, ਜਿਹਦੇ ਨਾਲ ਤੁਸੀਂ ਲਾਈਨਾਂ ਖਿੱਚਦੇ ਹੋ, ਹੈ ਨਾ। ਮੈਂ ਇੱਕ ਛੋਟੀ ਜਿਹੀ ਸ਼ਕਲ ਬਣਾ ਰਿਹਾ। ਆ ਇੱਕ ਸਕੇਲ ਹੈ, 0 1 2 3 4 5 6 7 8 9 10 11 12 13 14 15। ਤਾਂ ਉਸ ਫੁੱਟਾ, ਜਿਹੜਾ ਛੋਟਾ ਫੁੱਟਾ ਹੁੰਦਾ ਜੋ ਜਿਓਮੈਟਰੀ ਦੇ ਵਿੱਚ ਆ ਜਾਂਦਾ ਹੈ, ਇੱਕ ਪਾਸੇ 15 ਨਿਸ਼ਾਨ ਹੈ, ਇੱਕ ਪਾਸੇ 6 ਨਿਸ਼ਾਨ ਹੁੰਦੇ ਹੈ। ਲਗਭਗ 0 1 2 3 4 5 6। ਜਿੱਧਰ ਦਾ 15 ਨਿਸ਼ਾਨ ਹੁੰਦੇ ਹੈ ਉਸ ਨੂੰ ਆਪਾਂ ਬੋਲਦੇ ਹਾਂ ਸੈਂਟੀਮੀਟਰ। ਜਿੱਧਰ 6 ਨਿਸ਼ਾਨ ਹੁੰਦੇ ਹੈ ਉਹਨਾਂ ਨੂੰ ਆਪਾਂ ਇੰਚ ਬੋਲਦੇ ਹਾਂ। ਕੁਛ ਧਿਆਨ 'ਚ ਆਇਆ ਨਾ? ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ? ਇੰਚ ਬੋਲਦੇ ਹਾਂ। ਅੱਗੇ ਇਹਨਾਂ ਦੇ ਵਿੱਚ ਵੀ ਹੁੰਦਾ, ਦੇਖੋ ਇੱਕ ਨਿਸ਼ਾਨ ਥੋੜਾ ਜਿਹਾ ਵੱਡਾ ਹੁੰਦਾ। ਅਗਰ ਤੁਸੀਂ ਫੱਟੇ ਨੂੰ ਧਿਆਨ ਨਾਲ ਦੇਖੋ, ਇਹ ਬਿਲਕੁਲ ਵਿਚਾਲੇ ਹੁੰਦਾ ਤੇ ਉਸ ਤੋਂ ਬਾਅਦ ਇੱਥੇ ਛੋਟੇ ਛੋਟੇ 4 ਨਿਸ਼ਾਨ ਹੁੰਦੇ ਨੇ, 1 2 3 4 2 3 4 1 2 3 4 1। ਇਸ ਤਰੀਕੇ ਨਾਲ ਆਪਣੇ ਫੱਟੇ ਤੇ ਨਿਸ਼ਾਨ ਲੱਗੇ ਹੁੰਦੇ ਨੇ। ਕੁਛ ਦੇਖਿਆ ਧਿਆਨ ਨਾਲ? ਫੱਟਾ ਤੁਹਾਡੇ ਕੋਲੇ ਸਾਰਿਆਂ ਕੋਲੇ ਜਿਓਮੈਟਰੀ ਬਾਕਸ ਦੇ ਵਿੱਚ ਹੈਗੇ। ਅਗਰ ਉਹਨੂੰ ਆਬਜ਼ਰਵ ਕਰੋਗੇ ਤਾਂ ਤੁਹਾਨੂੰ ਇਸ ਟਾਈਪ ਦੇ ਕੀ ਮਿਲਣਗੇ? ਨਿਸ਼ਾਨ ਮਿਲਣਗੇ। ਤਾਂ ਜਿਹੜੇ ਤਾਂ 1 2 3 4 5 6 ਪੂਰੇ ਨੇ, ਇਹ ਤਾਂ ਆਪਣੀਆਂ ਪੂਰਨ ਸੰਖਿਆਵਾਂ ਹੋ ਗਈਆਂ। ਪਰ ਜਦੋਂ ਆਪਾਂ ਨਿਸ਼ਾਨਾਂ ਦੀ ਗੱਲ ਕਰਦੇ ਹਾਂ, ਮਤਲਬ ਮੰਨ ਲਓ ਮੈਂ ਇੱਕ ਰੇਖਾ ਖਿੱਚਤੀ, ਆਪਾਂ ਇਸ ਨੂੰ ਮਾਪਣ ਨੂੰ ਕਹਿਤਾ, ਫੱਟੇ ਨਾਲ ਮਾਪੋ। ਕੀ ਇਹ ਜ਼ਰੂਰੀ ਹੈ ਕਿ ਇਹ ਇੱਕ ਕੰਪਲੀਟ ਸੰਖਿਆ ਹੋਊਗੀ 7 8 9 5 ਸੈਂਟੀਮੀਟਰ? ਨਹੀਂ, ਇਹ ਵੀ ਹੋ ਸਕਦਾ ਹੈ ਇਹ ਦੇਖੋ ਇਹਦੇ ਇੱਥੋਂ ਤੱਕ ਆ ਜੇ। ਅਗਰ ਮਾਪਾਂਗੇ ਇੱਥੋਂ ਤੱਕ ਆ ਜੇ। ਹੁਣ ਇੱਥੋਂ ਤੱਕ ਅਗਰ ਆਪਾਂ ਦੇਖਿਆ ਤਾਂ ਇਹ ਲਗਭਗ 4 ਆ ਰਿਹਾ, 4 ਆ ਰਿਹਾ।
ਅੱਗੇ ਜਾ ਕੇ 7ਵਾਂ ਹਿੱਸਾ ਇੱਕ ਹੋਰ ਆ ਰਿਹਾ 4 ਅਤੇ ਅੱਗੇ ਇੱਕ 7ਵਾਂ ਹਿੱਸਾ ਹੋਰ ਆ ਰਿਹਾ ਨਾ। ਤਾਂ ਜਿਹੜਾ 7ਵਾਂ ਹਿੱਸਾ ਹੈ ਨਾ, ਇਹ ਹਿੱਸੇ ਆ ਗਏ ਅੱਗੇ, ਜਿੱਥੇ ਆਪਾਂ ਇਕਾਈਆਂ ਨੂੰ ਵਿੱਚ ਬਦਲਤਾ, ਉਹ ਹਿੱਸੇ ਅਸਲ ਦੇ ਵਿੱਚ ਕੀ ਹੁੰਦੇ ਨੇ? ਦਸ਼ਮਲਵ ਹੁੰਦੇ ਨੇ। ਦਸ਼ਮਲਵ ਹੁੰਦੇ ਆ। ਆਪਾਂ ਭਾਰ ਦੀ ਗੱਲ ਕਰਦੇ ਆ, ਭਾਰ ਦੀ ਗੱਲ ਕਰਦੇ ਆ ਨਾ, ਵੀ ਤੁਹਾਡਾ ਕਿੰਨਾ ਭਾਰ ਹੈ? 20 ਕਿਲੋ, 25 ਕਿਲੋ, 26 ਕਿਲੋ, ਜਾਂ 25.5 ਵੀ ਹੋ ਸਕਦਾ ਹੈ, 26.5 ਵੀ ਹੋ ਸਕਦਾ ਹੈ, 28.5 ਵੀ ਹੋ ਸਕਦਾ ਹੈ, 29.300 ਗ੍ਰਾਮ ਵੀ ਹੋ ਸਕਦਾ ਹੈ। ਆਪਾਂ ਦੇਖਦੇ ਹਾਂ ਆਪਣੀ ਜ਼ਿੰਦਗੀ 'ਚ ਇਹ ਸ਼ਬਦ ਨੇ। ਤਾਂ ਇਹਨਾਂ ਜਗ੍ਹਾ ਤੇ ਇਹਨਾਂ ਸ਼ਬਦਾਂ ਦੇ ਵਿੱਚ ਆਪਾਂ ਦਸ਼ਮਲਵ ਦੀ ਵਰਤੋਂ ਕਰਦੇ ਹਾਂ। ਹੁਣ ਦਸ਼ਮਲਵ ਨੂੰ ਕਿਵੇਂ ਲਿਖਿਆਵਾਂਗੇ? ਸਭ ਤੋਂ ਇੰਪੋਰਟੈਂਟ ਚੀਜ਼, ਦਸ਼ਮਲਵ ਲਿਖਦੇ ਕਿਵੇਂ ਹੈ? ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਦਸਵੇਂ ਹਿੱਸੇ ਦੀ, 10th ਪਾਰਟ ਦੀ। ਇਹਦਾ ਮਤਲਬ ਕੀ ਹੈ? 10ਵਾਂ ਹਿੱਸਾ, 10th ਪਾਰਟ। ਇੱਕ ਇਕਾਈ ਨੂੰ ਜਦੋਂ 10 ਬਰਾਬਰ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਉਦਾਹਰਨ मैं एक इकाई कोई भी हो सकती, एक स्ट्रिप ले ली। देखो ध्यान वाले 10 हिस्से हैं, 10 हिस्से हैं, 10 हिस्से है ना। मैंने की किया, 4 हिस्सों दे विच रंग भरता, 4 हिस्सों रंग भरता। तो जो रंगीन भाग है 10 विचों 4 हिस्से है, तो मैं भिन्न की गल करा, ये हो गया 4/10। एक छोटी जी आप गल कर रहे हैं 4/10। ये आप पिछले चैप्टर दे विच भिन्ना दे विच कर चुके सी। मान लो अगर 4 की थां ते आप 6 भर दिए तो वह हो जाएंगे 10 विचों 6। तो जी भिन्न बननी है, की बननी है? 6/10 बननी है। ठीक हो गया, यही बननी है ना। हुण करना की आपां, हुण इहनूं लिखांगे किवें? आपां एक इकाई नूं जदों 10 विचों एक नूं आपां रंग दिंदे आ 1/10, उहनूं बोलदे आ 10वां हिस्सा। उहनूं बोलदे आ आपां 10वां हिस्सा। इत्थे अपने कोले 10 विचों 4 रंगे गए, तो यह हो गया 4/10वां हिस्सा, 4/10, 4/10वां हिस्सा। सेम ये की हो गया 6/10वां हिस्सा, मतलब 4/10, 6/10। देखो की किता, आपां एक इकाई नूं 10 हिस्सों च वंडता, 10 विचों आपां 4 हिस्से ले ले, एक हिस्से नूं तां आपां 10वां हिस्सा कहने आ, तां 4 हिस्से की हो गए 4/10वां या 4/10वें हिस्से। अगर आप 6 लैके चलांगे तो यह हो जू 6/10वां हिस्सा या 6/10वें हिस्से। हुण सब तो इंपॉर्टेंट चीज़ इनू आप लिखते किवें आ? सब तो इंपॉर्टेंट चीज़, जो दशमलव है ना उन्होंने आप बिंदु नाल दर्शाने, डॉट, एक डॉट। जिथे डॉट पाता आप संख्यावां दे विचकार, इहदा मतलब वो दशमलव है। तो इनू आप किवें लिखांगे? 4/10वें का मतलब 0.4। आप डिटेल्स गल करते हैं। 6/10वें का मतलब 0.6। आप हुण तक इकाई सिस्टम बारे, संख्या प्रणाली बारे बड़ी डिटेल्स गल की हुई है। इकाई, दहाई, सैकड़ा। तो की किता होया देखो, आप अपने को सिस्टम की चलता है। मैं एक रेखा मारती इत्थे। सब तो पहला अपने को इकाई हुंदा है, फिर अपने कोले दहाई आंदा है, दहाई का अंक आंदा है, फिर अपने कोले सैकड़े का अंक आंदा है। कोई भी आप अंक लिख सकते हैं। इस तरीके नाल अगे वधांदे होए 1000,
10,000 ਲੱਖ 10 ਲੱਖ। ਇਹ ਸਿਸਟਮ ਸੀ ਇਕਾਈ ਤੋਂ ਸ਼ੁਰੂ ਹੋ ਰਿਹਾ ਸੀ। ਹੁਣ ਜਿਹੜਾ ਆਪਣੇ ਕੋਲ ਸਿਸਟਮ ਚੱਲ ਰਿਹਾ, ਦੇਖੋ ਹੁਣ ਤੱਕ ਆਪਾਂ ਗੱਲ ਕਰਦੇ ਸੀ ਇਹਨਾਂ ਦੀ 415 2456 123, ਆਪਾਂ ਇਹ ਗੱਲਾਂ ਕਰਦੇ ਸੀ। ਇਕਾਈ ਦਹਾਈ ਸੈਂਕੜਾ, ਇਕਾਈ ਦਹਾਈ ਸੈਂਕੜਾ ਹਜ਼ਾਰ, ਇਕਾਈ ਦਹਾਈ ਸੈਂਕੜਾ। मतलब ਆਪਾਂ ਜੋ ਇਧਰਲਾ ਸੱਜੇ ਪਾਸੇ ਦਾ ਪਹਿਲਾ ਅੰਕ ਹੈ, ਸੰਖਿਆ ਦਾ ਅਖੀਰਲਾ ਅੰਕ ਹੈ, ਉਹਨੂੰ ਆਪਾਂ ਇਕਾਈ ਲੈ ਕੇ ਚੱਲਦੇ ਸੀ। ਹੁਣ ਆਪਣੇ ਕੋਲ ਕੀ ਆ ਗਿਆ? ਇਸੇ ਸੰਖਿਆ ਨੂੰ ਲੈ ਕੇ ਚੱਲ ਰਿਹਾ। ਆ ਦੇਖੋ ਆ ਗਿਆ, ਇਹ ਹੋ ਗਿਆ 415। ਇਹਨੂੰ ਕੀ ਬੋਲਦੇ ਆ? 415। ਇਹਨੂੰ ਅੱਡ ਬੋਲਦੇ ਆ, ਇਹਨੂੰ ਅੱਡ ਬੋਲਦੇ ਆ। ਇਹ ਗਲਤ ਆ। ਇਹ 4155 ਨਹੀਂ ਬੋਲਣਾ, ਵਿਚਾਲੇ ਬਿੰਦੂ ਲੱਗ ਗਿਆ ਤੇ ਬਿੰਦੂ ਦਾ ਮਤਲਬ ਕੀ ਹੈ? ਦਸ਼ਮਲਵ। ਜਿਹੜਾ ਬਿੰਦੂ ਲੱਗਿਆ ਵਿਚਾਲੇ, ਇਹਦਾ ਮਤਲਬ ਕੀ ਹੈ? ਦਸ਼ਮਲਵ। ਤਾਂ ਇਹਨੂੰ ਕੀ ਬੋਲਾਂਗੇ? ਪਹਿਲਾਂ ਦਸ਼ਮਲਵ ਤੋਂ ਪਹਿਲਾਂ ਆਲਾ ਦਸ਼ਮਲਵ ਬੋਲ ਕੇ 5, 415.5, ਜਾਂ ਕਈ ਇਹਨੂੰ ਪੁਆਇੰਟ ਸ਼ਬਦ ਇੰਗਲਿਸ਼ ਵਾਲੇ ਨੂੰ ਪੰਜਾਬੀ ਚ ਵੀ ਬੋਲ ਦਿੰਦੇ ਆ 0.5, ਤਾਂ ਵੀ ਕੋਈ ਦਿੱਕਤ ਨਹੀਂ ਹੈਗੀ। ਅਸਲ ਸ਼ਬਦ ਕੀ ਹੈ? ਦਸ਼ਮਲਵ ਹੈ। 415.5। ਇਦੋਂ ਪਹਿਲਾਂ ਇਕਾਈਆਂ ਐਂ ਚੱਲਦੀਆਂ ਸੀ। ਹੁਣ ਆਪਾਂ ਇੱਧਰਲੇ ਹਿੱਸੇ ਸ਼ੁਰੂ ਕਰ ਰਹੇ ਹਾਂ। ਇੱਥੇ ਇਹ ਹੁੰਦਾ 10ਵਾਂ ਹਿੱਸਾ। ਇਹ ਕਿਹੜਾ ਹਿੱਸਾ ਹੋ ਗਿਆ? 10ਵਾਂ। ਇਕਾਈ ਨੂੰ ਆਪਾਂ 1 ਲੈ ਕੇ ਚੱਲਦੇ ਹਾਂ, ਦਹਾਈ ਨੂੰ 10, ਸੈਂਕੜਾ 100, ਹਜ਼ਾਰ ਨੂੰ 1000, ਤੇ 10ਵੇਂ ਦੀ ਆਪਾਂ ਕੀ ਗੱਲ ਕੀਤੀ ਹੈ? 1/10। ਤਾਂ ਜੋ 10ਵਾਂ ਹਿੱਸਾ ਹੁੰਦਾ ਹੈ ਉਹਨੂੰ ਆਪਾਂ, ਕਿਉਂਕਿ ਜਦੋਂ ਆਹ ਦਸ਼ਮਲਵ ਆ ਗਿਆ, ਜਿਹੜੀ ਲਾਈਨ ਮੈਂ ਲਗਾਈ ਹੈ ਇੱਥੇ, ਇਹ ਦਸ਼ਮਲਵ ਨੂੰ ਦਰਸਾਉਂਦੀ ਹੈ। ਤਾਂ ਦਸ਼ਮਲਵ ਤੋਂ ਪਹਿਲਾਂ ਤਾਂ ਆਪਣਾ ਕੰਮ ਇਸ ਅਕੋਰਡਿੰਗ ਚੱਲਣਾ। ਹੁਣ ਆਪਾਂ ਜਿਹੜੀ ਗੱਲ ਕਰਨੀ ਹੈ ਇਸ ਤੋਂ ਬਾਅਦ ਕਰਨੀ ਹੈ 10ਵਾਂ। ਜਦੋਂ ਆਪਾਂ ਅਗਲੇ ਪਾਰਟ 'ਚ ਗੱਲ ਕਰਾਂਗੇ, ਮੈਂ ਇੱਕ ਥੋੜੀ ਸੰਖਿਆ ਹੀ ਵਧਾ ਰਿਹਾ, ਇੱਥੇ ਬਣ ਜਾਊਗਾ 100ਵਾਂ ਹਿੱਸਾ 1/100। ਤਾਂ ਆਪਾਂ ਜੋ ਹਾਲੇ ਫਿਲਹਾਲ ਗੱਲ ਕਰ ਰਹੇ ਹਾਂ, ਆਪਾਂ ਜੋ ਗੱਲ ਕਰ ਰਹੇ ਹਾਂ ਉਹ 10ਵੇਂ ਹਿੱਸੇ ਦੀ ਗੱਲ ਕਰ ਰਹੇ ਹਾਂ। ਤਾਂ ਦੇਖੋ, ਜਦੋਂ ਆਪਾਂ ਸੰਖਿਆਵਾਂ ਨੂੰ ਲਿਖਣਾ ਹੈ ਤਾਂ ਸਭ ਤੋਂ ਪਹਿਲਾਂ ਲਿਖਣਾ ਕਿਵੇਂ ਹੈ ਉਹ ਗੱਲ ਕਰਦੇ ਹਾਂ ਕਿ ਸੰਖਿਆਵਾਂ ਕਿਵੇਂ ਕਿਵੇਂ ਲਿਖਣਾ ਹੈ। ਪਹਿਲੀ ਐਗਜ਼ਾਮਪਲ 34.8, ਨੰਬਰ 2 6.9, ਨੰਬਰ 3 7.8, ਨੰਬਰ 4 58.4, ਨੰਬਰ 5 312.6। ਮੈਂ ਇੱਥੇ ਕੁਝ ਉਦਾਹਰਨਾਂ ਲਈ ਹੈ। ਆਪਾਂ 10ਵੇਂ ਹਿੱਸੇ ਦੀ ਗੱਲ ਕਰ ਰਹੇ ਹਾਂ। 10ਵੇਂ ਹਿੱਸੇ ਦਾ ਮਤਲਬ ਦਸ਼ਮਲਵ ਤੋਂ ਬਾਅਦ ਇੱਕ ਅੰਕ ਦੀ ਆਪਾਂ ਗੱਲ ਕਰ ਰਹੇ ਹਾਂ ਫਿਲਹਾਲ, ਜਿੱਥੇ ਆਪਾਂ ਇੱਕ ਸੰਖਿਆ ਦੇ 10 ਭਾਗ ਕੀਤੇ ਹੋਏ ਨੇ। ਤਾਂ ਦੇਖੋ ਇਹਨੂੰ ਲਿਖਣਾ ਕਿਵੇਂ ਹੈ। ਅਗਰ ਆਪਾਂ ਗੱਲ ਕਰੀਏ, ਆਹ ਜਿਹੜੀ ਲਾਈਨ ਹੈ, ਇੱਕ ਲਾਈਨ ਮਾਰਤੀ ਵਿੱਚ ਮੈਂ, ਇਹ ਲਾਈਨ ਆਪਣੀ ਦਸ਼ਮਲਵ ਨੂੰ ਦਰਸਾਉਂਦੀ ਹੈ। ਦਸ਼ਮਲਵ, ਉਸ ਤੋਂ ਬਾਅਦ ਇਕਾਈ, ਦਹਾਈ, ਸੈਂਕੜਾ, ਤੇ ਇੱਧਰ ਕੀ ਆ ਗਿਆ? 10ਵਾਂ ਹਿੱਸਾ, ਕਿਉਂਕਿ ਦਸ਼ਮਲਵ ਹਿੱਸਾ ਹੁੰਦਾ ਹੈ। ਇਹ ਹੁੰਦਾ ਆਪਣੇ ਕੋਲੇ 1/10, 1, 10, 100। ਅਗਰ ਪਹਿਲੀ ਉਦਾਹਰਨ ਨੂੰ ਲਿਖਾਂ, ਦੇਖੋ ਸਭ ਤੋਂ ਪਹਿਲਾਂ ਤੁਸੀਂ ਦਸ਼ਮਲਵ ਲੈ ਕੇ ਚੱਲਣਾ। ਆ ਰਿਹਾ ਜੀ ਦਸ਼ਮਲਵ 34, ਦਸ਼ਮਲਵ ਤੋਂ ਪਹਿਲਾਂ ਆ ਗਿਆ 3, 4, 34.8। ਤਾਂ ਦੇਖੋ ਇਕਾਈ ਦਾ ਅੰਕ ਆ ਗਿਆ 4, ਦਹਾਈ ਦਾ ਆ ਗਿਆ 3, ਕਿਉਂਕਿ ਉਹ ਦਸ਼ਮਲਵ ਤੋਂ ਪਹਿਲਾਂ ਹੈ, ਤੇ ਦਸ਼ਮਲਵ ਤੋਂ ਬਾਅਦ ਵਾਲਾ ਅੰਕ ਕੀ ਆ ਗਿਆ? 10ਵਾਂ ਹਿੱਸਾ, 8 10ਵਾਂ ਹਿੱਸਾ। ਦੂਜਾ ਦੇਖੋ 6.9, ਤੀਸਰਾ ਪਹਿਲਾ ਪੁਆਇੰਟ ਲੱਗ ਗਿਆ 8, 5 ਪੁਆਇੰਟ ਇੱਧਰ, ਪੁਆਇੰਟ 4। ਅੱਗੇ ਦੇਖਦੇ ਹਾਂ 2, 1, 3.6। ਤਾਂ ਆਪਾਂ ਦੇਖੋ ਹੱਲ ਕੀਤਾ। ਆਪਣੇ ਕੋਲ ਕੀ ਆ ਚੁੱਕਿਆ ਹੈ? ਕੀ ਆ ਚੁੱਕਿਆ ਆਪਣੇ ਕੋਲੇ? ਇਕਾਈ ਦਾ ਅੰਕ ਪਹਿਲੇ 'ਚ ਹੋ ਗਿਆ 4, ਦਹਾਈ ਦਾ 3, ਤੇ 10ਵਾਂ ਹਿੱਸਾ ਹੋ ਗਿਆ 8। ਦੂਜੇ 'ਚ ਇਕਾਈ ਦਾ ਅੰਕ 6, 10ਵਾਂ ਹਿੱਸਾ 9। ਤੀਜੇ 'ਚ ਆਪਾਂ ਉਹਦੇ ਚੌਥੀ ਉਦਾਹਰਨ ਲਈ ਹੈ
8 5 4 ਆ ਵੀ ਲਿਖ ਲੈਂਦੇ ਆ 7.8। ਤਾਂ ਦਸ਼ਮਲਵ ਤੋਂ ਪਹਿਲਾਂ ਜਿਹੜੇ ਚੱਲਦੇ ਨੇ ਉਹ ਇਕਾਈ ਦੇ ਅੰਕ ਚੱਲਦੇ ਨੇ, ਦਸ਼ਮਲਵ ਦੇ ਸੱਜੇ ਪਾਸੇ ਜਿਹੜੇ ਚੱਲਦੇ ਨੇ ਉਹ ਹਿੱਸੇ ਚੱਲਦੇ ਨੇ, ਦਸਵਾਂ ਹਿੱਸਾ, ਸੌਵਾਂ ਹਿੱਸਾ, ਜਿਹੜੇ ਆਪਾਂ ਅੱਗੇ ਡਿਟੇਲ 'ਚ ਗੱਲ ਕਰਾਂਗੇ। ਇਹ ਤਾਂ ਹੋ ਗਿਆ ਆਪਣਾ ਇਕਾਈ ਟੇਬਲ। ਹੁਣ ਇਹਨੂੰ ਬੋਲਣਾ ਕਿਵੇਂ ਹੈ, ਲਿਖਣਾ ਕਿਵੇਂ ਹੈ, ਇਹ ਬੜੀਆਂ ਚੀਜ਼ਾਂ ਨੇ ਆਪਣੀਆਂ। ਜਿਵੇਂ ਆਪਾਂ ਉੱਥੇ ਪਹਿਲਾਂ ਸ਼ਬਦ ਲਿਖਿਆ ਸੀ, ਪਹਿਲੇ ਉਦਾਹਰਨ 8.7, ਇਹਨੂੰ ਆਪਾਂ ਕੀ ਲਿਖ ਸਕਦੇ ਹਾਂ? 8 ਅਤੇ 7 ਦਸਵੇਂ, ਜਾਂ ਤਾਂ ਆਪਾਂ ਇਹ ਲਿਖ ਸਕਦੇ ਹਾਂ ਜਾਂ 8.7 ਲਿਖ ਸਕਦੇ ਹਾਂ। ਇਹ ਬੜੀ ਇੰਪॉर्टेंट ਚੀਜ਼ ਦਾ ਧਿਆਨ ਰੱਖਣਾ। ਦੇਖੋ 8 ਜਦੋਂ ਦਸਵੇਂ ਪੈ ਗਿਆ ਉਦੋਂ ਪੁਆਇੰਟ ਲਾਉਣ ਦੀ, ਦਸ਼ਮਲਵ ਲਿਖਣ ਦੀ ਲੋੜ ਨਹੀਂ, ਤੇ 7 ਦਸਵੇਂ ਦਾ ਆਟੋਮੈਟਿਕਲੀ ਮਤਲਬ ਕੀ ਹੋ ਗਿਆ? 7/10। 8 ਇਹ ਬਿਲਕੁਲ ਇਹਦੇ ਅਕੋਰਡਿੰਗ 8 ਪੁਆਇੰਟ ਦਾ ਮਤਲਬ ਦਸ਼ਮਲਵ, ਫਿਰ ਆ ਗਿਆ 7। ਤਾਂ ਦੋਨੋਂ ਭਾਸ਼ਾਵਾਂ ਨੇ ਇੱਥੇ, ਤੁਸੀਂ ਦੋਹਾਂ ਭਾਸ਼ਾਵਾਂ 'ਚ ਲਿਖ ਸਕਦੇ ਹੋ। 9.4 ਕੀ ਲਿਖ ਸਕਦੇ ਹਾਂ? 9 ਅਤੇ 4 ਦਸਵੇਂ, ਜਾਂ 9.4। ਸੇਮ 12.5 ਕੀ ਲਿਖ ਸਕਦੇ ਹਾਂ ਆਪਾਂ? 12 ਅਤੇ 5 ਦਸਵੇਂ ਹਿੱਸੇ, ਜਾਂ 12.5। ਹੋਰ ਉਦਾਹਰਨ ਆ ਗਿਆ। ਕੀ ਲਿਖ ਸਕਦੇ ਹੋ ਦੱਸੋ? 30 ਅਤੇ 7 ਦਸਵੇਂ, ਜਾਂ 30.7। ਇਹ ਇਹਨਾਂ ਦੇ ਲਿਖਣ ਦਾ ਤਰੀਕਾ ਹੈ। ਹੁਣ ਆਪਾਂ ਇਹਨੂੰ ਲਿਖ ਰਹੇ ਹਾਂ, ਕਿਵੇਂ ਲਿਖਾਂਗੇ? ਜਦੋਂ ਵੀ ਲਿਖਣਾ, ਦੇਖੋ ਮੈਂ ਤੁਹਾਨੂੰ ਇੱਕੋ ਹੀ ਗੱਲ ਕਹੀ ਹੈ, ਇਹਨੂੰ ਅੱਡ ਲਿਖਣਾ ਹੈ, ਇਹਨੂੰ ਅੱਡ ਬੋਲਣਾ। 125 125, ਇਹ ਤਾਂ ਕਲੀਅਰ ਹੋ ਗਿਆ। ਹੁਣ ਜਿਹੜਾ ਆ ਰਹਿ ਗਿਆ ਪਿੱਛੇ ਕੀ ਬਚ ਗਿਆ ਆਪਣੇ ਕੋਲੇ? ਆ ਬਚ ਗਿਆ। ਜਾਂ ਤਾਂ ਇਹਨੂੰ ਲਿਖੋ ਸਿੱਧਾ ਅਤੇ 4 ਦਸਵੇਂ, ਤਾਂ ਵੀ ਕੋਈ ਗੱਲ ਨਹੀਂ, ਜਾਂ 125 ਤਾਂ ਉਵੇਂ ਦਾ ਉਵੇਂ ਆ ਗਿਆ, ਦਸ਼ਮਲਵ 4 ਚਾਹੇ ਤੁਸੀਂ ਐਂ ਲਿਖ ਦਿਓ। ਤਾਂ ਇਹ ਤੁਹਾਡੇ ਤੇ ਹੈ, ਤੁਸੀਂ ਇਹਨੂੰ ਕਿਵੇਂ ਲਿਖ ਸਕਦੇ ਹੋ ਜਾਂ ਬੋਲ ਸਕਦੇ ਹੋ, ਇਹ ਤੁਹਾਡੇ ਬੋਲਣ ਤੇ ਹੈ। ਉਲਟਾ ਅਗਰ ਆਪਾਂ ਨੂੰ ਇਹਨਾਂ ਦੀ ਸ਼ਬਦਾਵਲੀ ਦਿੱਤੀ ਹੈ, ਸ਼ਬਦਾਂ 'ਚ ਲਿਖਿਆ ਹੈ, ਤੇ ਉਹਨੂੰ ਆਪਾਂ ਅੰਕਾਂ 'ਚ, ਦਸ਼ਮਲਵ ਅੰਕਾਂ 'ਚ ਲਿਖਣਾ ਹੈ। 5 ਅਤੇ 8 ਦਸਵੇਂ, ਇੱਕ ਐਗਜ਼ਾਮਪਲ ਇਹ ਲਈ। 7.9, 15 ਅਤੇ 3 ਦਸਵੇਂ, 24.1, 125.7। ਤਾਂ ਕੁਝ ਕੁ ਆਪਾਂ ਉਦਾਹਰਨ ਲਿਖ ਲਈਆਂ। ਉਲਟਾ 5 ਅਤੇ ਪੈ ਗਿਆ, ਤਾਂ ਅਤੇ ਦੱਸ ਰਿਹਾ ਦਸ਼ਮਲਵ ਨੂੰ, 8 ਦਸਵੇਂ ਹਿੱਸੇ ਹੋ ਗਏ, 0.8। 7.9, 15 ਅਤੇ 3 ਦਸਵੇਂ, 3, 24.1, 125.7। ਤਾਂ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਅੰਕਾਂ ਅਤੇ ਸ਼ਬਦਾਂ ਦੇ ਵਿੱਚ ਲਿਖ ਸਕਦੇ ਹਾਂ। ਹੁਣ ਸਮੱਸਿਆ ਦਸ਼ਮਲਵ ਨੂੰ ਕਿਵੇਂ ਲਿਖੀਏ? ਦੇਖੋ ਆਹ ਇੰਪੋਰਟੈਂਟ ਚੀਜ਼ ਆ ਗਈ। ਇਹ ਆਪਾਂ ਕਰ ਲਿਆ, ਉਹ ਆਪਾਂ ਕਰ ਲਿਆ। ਹੁਣ ਆਪਾਂ ਇਹਨੂੰ ਲਿਖਣਾ ਕਿਵੇਂ ਹੈ?
ਵਿਸਤਾਰ ਰੂਪ ਦੇ ਵਿੱਚ, ਜਿਹੜਾ ਆਪਾਂ ਬੋਲਦੇ ਆ ਐਕਸਪੈਂਸ਼ਨ ਰੂਪ ਬੋਲਦੇ ਆ, ਉਸ ਰੂਪ 'ਚ ਲਿਖਣਾ ਹੈ। 2.4 ਇਹੀ ਹੈ ਨਾ। ਦੇਖੋ ਹੈ ਕੀ ਇਹ, ਅਗਰ ਇਹਨੂੰ ਮੈਂ ਸ਼ਬਦਾਂ 'ਚ ਲਿਖਾਂ 2 ਅਤੇ 4/10, ਇਹ ਆਪਣੇ ਕੋਲੇ 2 + 4/10, ਅਸਲ ਦੇ ਵਿੱਚ ਇਹ ਆਪਣੇ ਕੋਲੇ। ਤੇ 4/10 ਦਾ ਕੀ ਮਤਲਬ ਹੈ? ਜਦੋਂ ਮੈਂ ਡਾਇਗਰਾਮ ਬਣਾਈ ਸੀ, 4/10 ਦਾ ਮਤਲਬ ਹੋ ਗਿਆ 10 ਵਿੱਚੋਂ 4। ਇਹੀ ਆਪਾਂ ਕੀਤਾ ਸੀ ਨਾ, ਜਦੋਂ ਮੈਂ ਡਾਇਗਰਾਮ ਬਣਾਈ ਸੀ, ਇੱਕ ਇਕਾਈ ਨੂੰ ਆਪਾਂ 10 ਹਿੱਸਿਆਂ 'ਚ ਵੰਡਿਆ ਸੀ, ਤਾਂ 4/10 ਮਤਲਬ 10 ਵਿੱਚੋਂ 4, ਤਾਂ ਇਹ ਹੋ ਗਿਆ 4/10। 5.8, ਤਾਂ ਫਿਰ ਕੀ ਲਿਖਾਂਗੇ? 5 ਅਤੇ 8/10, ਐਂ ਲਿਖਾਂਗੇ ਨਾ। ਤੇ ਅਤੇ ਦਾ ਮਤਲਬ ਹੋ ਗਿਆ ਪਲੱਸ 8/10। ਹੁਣ 8/10 ਦਾ ਮਤਲਬ ਕੀ ਹੋ ਗਿਆ? 10 ਹਿੱਸਿਆਂ ਵਿੱਚੋਂ 8 ਹਿੱਸੇ ਆਪਾਂ ਯੂਜ਼ ਕੀਤੇ ਜਾਂ ਵਰਤੇ ਨੇ, ਤਾਂ 5 + 8/10। ਇਹਨੂੰ ਆਪਾਂ ਅੱਗੇ ਨਹੀਂ ਹੱਲ ਕਰਨਾ, ਇਹਦਾ ਵਿਸਤਾਰ ਰੂਪ ਆ ਗਿਆ 5 + 8/10। ਅੱਗੇ 12.6 ਮੈਂ ਲਿਖ ਰਿਹਾ। ਕਿਵੇਂ ਲਿਖਾਂਗੇ ਇਹਨੂੰ? 12 ਅਤੇ 6/10, 12 ਪਲੱਸ, ਪਹਿਲਾਂ ਇਹਨੂੰ ਇਕੱਲੇ ਨੂੰ ਸਪਲਿਟ ਕਰੋ, ਇਹਨੂੰ ਅੱਡ ਕਰੋ, ਇਹਨੂੰ ਅੱਡ ਕਰੋ, ਕਰਤਾ। ਹੁਣ ਇਕੱਲਾ ਇਕੱਲਾ ਕਰ ਦੋ। 12 ਨੂੰ ਆਪਾਂ ਲਿਖ ਸਕਦੇ ਹਾਂ 10 ਤੇ 2, ਜਿਵੇਂ ਆਪਾਂ ਛੋਟੀਆਂ ਕਲਾਸਾਂ 'ਚ ਕਰਦੇ ਸੀ। ਤੇ 6/10 ਦਾ ਮਤਲਬ ਕੀ ਹੋ ਗਿਆ? 6/10 ਕਿੰਨਾ ਹੁੰਦਾ ਹੈ? 10 ਵਿੱਚੋਂ 6, ਤਾਂ ਇਹ ਕਿੰਨਾ ਹੋ ਗਿਆ? 6/10। ਦੁਬਾਰਾ ਦੇਖੋ, 24.8, ਇਹਨੂੰ ਅੱਡ ਲਿਖੋ, 24 ਅਤੇ 0.8 ਨੂੰ ਅੱਡ ਲਿਖਿਆ 8/10। 24 ਅਤੇ ਦਾ ਮਤਲਬ ਉਰੇ ਆ ਗਿਆ ਪਲੱਸ 8/10। ਫਿਲਹਾਲ ਆਪਣੇ ਕੋਲ ਆ ਬਣ ਗਿਆ 8/10 ਦਾ ਕੀ ਮਤਲਬ ਹੈ? 10 ਵਿੱਚੋਂ 8। 24 ਨੂੰ ਆਪਾਂ ਕਿਵੇਂ ਲਿਖਦੇ ਹਾਂ? 20 ਤੇ 4, ਆਈ ਲਿਖਾਂਗੇ ਇਕਾਈ ਤੇ ਦਹਾਈ। ਤੇ 8/10 ਨੂੰ ਕਿਵੇਂ ਲਿਖਿਆ? 8/10। ਆਪਾਂ ਇਹਨੂੰ ਡਾਇਰੈਕਟ ਲਿਖਣ ਦੀ ਕੋਸ਼ਿਸ਼ ਨਹੀਂ ਕਰਨੀ, ਆਪਾਂ ਇਹਨੂੰ ਕਿਵੇਂ ਲਿਖਣ ਦੀ ਕੋਸ਼ਿਸ਼ ਕਰਨੀ ਹੈ? ਕੱਲਾ ਕੱਲਾ ਕਰਕੇ, ਕਿ ਕਨਸੈਪਟ ਬਣਿਆ ਕਿਵੇਂ ਹੈ ਅਸਲ ਦੇ ਵਿੱਚ, ਆਪਾਂ ਉਹਦੇ ਅਕੋਰਡਿੰਗ ਲਿਖਣਾ ਹੈ। ਅੱਗੇ ਦੇਖੋ, .3 ਕੀ ਲਿਖਾਂਗੇ ਫਿਰ ਆਪਾਂ? 50 ਅਤੇ 3/10। 50 ਓਵੇਂ ਦਾ ਓਵੇਂ। ਹੁਣ 3/10 ਦਾ ਕੀ ਮਤਲਬ ਹੋ ਗਿਆ? 10 ਵਿੱਚੋਂ 3, 3/10। 128.6, 128 ਅਤੇ 6/10। 128 ਅਤੇ ਪਲੱਸ 6/10 ਹੋ ਗਏ 10 ਵਿੱਚੋਂ 6, 6/10। ਤੇ 128 ਕਿਵੇਂ ਲਿਖਦੇ ਹਾਂ ਆਪਾਂ? ਪਹਿਲਾਂ 1, 100, ਫਿਰ 20, ਫਿਰ 8, ਕਿਉਂਕਿ ਇਹ ਆਪਾਂ 6ਵੀਂ ਚੌਥੀ ਕਲਾਸ ਤੋਂ ਕਰਦੇ ਆ ਰਹੇ ਹਾਂ। ਤਾਂ ਇਹ ਹੋ ਗਿਆ ਇਹਦਾ ਦਸ਼ਮਲਵ ਰੂਪ, ਦਸ਼ਮਲਵ ਵਿਸਤਾਰ ਰੂਪ, ਜਿਸ ਤੇ ਆਪਾਂ ਗੱਲ ਕਰਨੀ ਹੈ। ਤਾਂ ਇੱਥੇ ਦੇਖੋ, ਜਿਹੜੀ ਆਪਾਂ ਹੁਣ ਗੱਲ ਕੀਤੀ, ਉਹ ਕੀ ਗੱਲ ਕੀਤੀ ਹੈ? ਇੱਕ ਦਸ਼ਮਲਵ ਵਾਲੀ ਸੰਖਿਆ ਨੂੰ ਵਿਸਤਾਰ ਰੂਪ ਦੇ ਵਿੱਚ ਕਿਵੇਂ ਬਦਲਣਾ ਹੈ। ਆਪਾਂ ਇੱਕ ਅੱਧੀ ਉਦਾਹਰਨ ਹੋਰ ਵੀ ਲਿਖ ਸਕਦੇ ਹਾਂ। 205.8 ਕਿਵੇਂ ਲਿਖਾਂਗੇ ਦੱਸੋ? 205 ਅਤੇ ਇਹਨੂੰ ਅੱਡ ਕਰਤਾ, ਇਹਨੂੰ ਅੱਡ ਕਰਤਾ, 8/10। 205 ਕਿਵੇਂ ਲਿਖਿਆ ਜਾਊ? ਪਹਿਲਾਂ 2 ਦੇ ਹਿਸਾਬ ਨਾਲ 200, 0 ਲੋੜ ਨਹੀਂ, ਅਤੇ 5। 8/10 ਦਾ ਮਤਲਬ 8/10। ਇੱਕ ਐਗਜ਼ਾਮਪਲ ਹੋਰ ਲੈ ਲੈਂਦੇ ਹਾਂ। 190.6, 190 ਅੱਡ ਅਤੇ 6/10। 190 ਹੋ ਗਿਆ 100 ਤੇ 90, ਠੀਕ, ਅਤੇ ਹੋ ਗਿਆ ਪਲੱਸ 6/10 ਹੋ ਗਿਆ 10 ਵਿੱਚੋਂ 6, 6/10। ਇਹ ਹੋ ਗਿਆ ਇਸ ਦਾ ਵਿਸਤਾਰ ਰੂਪ। ਦੇਖੋ ਕੋਸ਼ਿਸ਼ ਕੀ ਆ, ਆਪਾਂ ਡਾਇਰੈਕਟ ਨਹੀਂ ਕਰਨਾ, ਆਪਾਂ ਇਹਨੂੰ ਤੋੜਿਆ ਪਹਿਲਾਂ,
ਕੱਲਾ ਕੱਲਾ ਕੀਤਾ ਉਸ ਤੋਂ ਬਾਅਦ ਉਹਨੂੰ ਲਿਖਿਆ, ਫਿਰ ਆਪਾਂ ਬਦਲਿਆ। ਤਾਂ ਤੁਸੀਂ ਵੀ ਇਹੀ ਕੋਸ਼ਿਸ਼ ਕਰਨੀ ਹੈ ਕਿ ਇਹਨੂੰ ਪਹਿਲਾਂ ਕੱਲਾ ਕੱਲਾ ਕਰੋ। ਹੁਣ ਉਲਟਾ ਚੱਲਦੇ ਹਾਂ। ਉਲਟਾ ਕੀ ਕਹਿੰਦੇ ਆ, ਹੁਣ ਆਪਾਂ ਉਹਨੂੰ ਦਸ਼ਮਲਵ ਅੰਕ 'ਚ ਲਿਖਣਾ ਹੈ। ਪੰਜ ਵਟੇ 10 ਆਪਾਂ ਗੱਲ ਕੀਤੀ ਸੀ ਸਟਾਰਟਿੰਗ 'ਚ। 0.8 ਦੇਖੋ ਉਲਟਾ ਚਲਾ ਰਿਹਾ, 0.8 8 ਦਸਵੇਂ 8 ਵਟਾ 10, ਇਹਦਾ ਮਤਲਬ 0.8 8 ਵਟਾ 10 ਹੋ ਗਿਆ। ਇੱਧਰ ਚੱਲੇ ਸੀ ਤਾਂ ਫਿਰ 8 ਵਟਾ 10 ਕੀ ਹੋ ਗਿਆ 0.8, ਕਿਉਂਕਿ ਇਹ ਹੋ ਗਏ 5 ਦਸਵੇਂ ਹਿੱਸੇ, ਤਾਂ ਫਿਰ ਇਹ ਕਿੰਨਾ ਹੋ ਗਿਆ 0.5। 3 ਵਟਾ 10 3 ਦਸਵੇਂ ਹਿੱਸੇ ਕਿੰਨਾ ਹੋ ਗਿਆ 0.3। 4 ਵਟਾ 10 4 ਦਸਵੇਂ ਹਿੱਸੇ 0.4। ਕਿਤਾਬਾਂ 'ਚ ਕੀ ਹੋ ਸਕਦਾ, ਕਈ ਵਾਰੀ ਇਹਨਾਂ ਦੀ ਜਗ੍ਹਾ ਤੇ ਉਹ 0.5 ਵੀ ਲਿਖ ਸਕਦੇ ਆ, ਕਿਉਂਕਿ ਦਸ਼ਮਲਵ ਤੋਂ ਪਹਿਲਾਂ ਅਗਰ 0 ਲਿਖ ਦਾਂਗੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤਾਂ ਹੋ ਸਕਦਾ ਹੈ ਤੁਹਾਨੂੰ ਕਿਤਾਬਾਂ 'ਚ ਐਂ ਵੀ ਲਿਖਿਆ ਜਾਵੇ, ਤਾਂ ਇੱਕੋ ਗੱਲ ਹੈ 0.4 ਵੀ ਹੋ ਸਕਦਾ ਹੈ, ਉਹ 0.4 ਵੀ ਹੋ ਸਕਦਾ ਹੈ, ਕਿਉਂਕਿ ਦਸ਼ਮਲਵ ਦੇ ਵਿੱਚ ਅੱਗੇ 0 ਲਾਉਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਕਨਸੈਪਟ ਕੀ ਹੈ ਹੁਣ ਦੇਖੋ ਧਿਆਨ ਨਾਲ, ਮੈਂ ਹੁਣ ਡਿਟੇਲਸ ਕਰ 13 ਵਟੇ 10 ਇਹਨੂੰ ਕਿਵੇਂ ਲਿਖਣਾ ਹੈ। ਓਬਵੀਅਸਲੀ ਅਗਰ ਤੁਸੀਂ ਇਸ ਹਿਸਾਬ ਨਾਲ ਲਿਖੋਗੇ, ਤੁਸੀਂ ਕੀ ਲਿਖੋਗੇ 13 ਦਸਵੇਂ 1.13, ਨਹੀਂ, ਇਹ ਕਿਵੇਂ ਲਿਖਣਾ ਹੈ, ਸਿੱਧਾ ਤਰੀਕਾ ਦੱਸਦਾ। ਕਿੰਨੀਆਂ ਜ਼ੀਰੋਆਂ ਨੇ, 1 0 ਹੈ, 1 0 ਹੈ, 1 0 ਹੈ ਨਾ, ਤਾਂ ਪਿੱਛੋਂ ਦੇਖੋ ਧਿਆਨ ਨਾਲ, ਮੈਨੇ 0 ਖਤਮ ਕਰਤੀ ਇੱਥੋਂ, 1 0 ਪਿੱਛੋਂ 1 ਅੰਕ ਛੱਡ ਕੇ ਲਾ ਦੋ ਦਸ਼ਮਲਵ। ਨੀਚੇ 1 ਦੀ ਕੋਈ ਕੀਮਤ ਨਹੀਂ ਹੁੰਦੀ, ਕਿਉਂਕਿ ਅਗਰ ਭਿੰਨ ਦੇ ਵਿੱਚ 1 ਹੈਗੀ ਹੈ ਨੀਚੇ ਤਾਂ ਉਹਨੂੰ ਆਪਾਂ ਖਤਮ ਕਰ ਸਕਦੇ ਹਾਂ। ਤਾਂ ਇਹ ਆਨਸਰ ਹੋ ਗਿਆ 1/3। ਦੇਖੋ ਦੁਬਾਰਾ ਦੇਖੋ ਧਿਆਨ ਨਾਲ, ਬੜੀ ਇੰਪੋਰਟੈਂਟ ਚੀਜ਼ ਹੈ ਜਿਹੜੀ ਸਮਝਣੀ ਆ ਹੁਣ ਤੁਸੀਂ। 25 ਵਟਾ 10 ਕਿੰਨੀਆਂ ਜ਼ੀਰੋਆਂ ਨੇ, 1 1 0 ਹੈ ਨਾ, ਨੀਚੋਂ 0 ਖਤਮ ਕਰਤੀ, ਇਧਰੋਂ ਜਿਹੜੀ ਨੀਚੋਂ 0 ਖਤਮ ਕੀਤੀ ਇਧਰੋਂ 1 ਅੰਕ ਛੱਡਤਾ, ਕਿੱਥੇ ਆ ਗਏ ਆਪਾਂ, ਇੱਥੇ ਆ ਗਏ, ਇੱਥੇ ਆ ਗਏ। ਤਾਂ ਇਹਦਾ ਕਿੰਨਾ ਆਨਸਰ ਆ ਗਿਆ 2.5। 46 ਵਟਾ 10 1 0 ਇਧਰਲੇ ਪਾਸਿਓਂ 1 ਅੱਖਰ ਛੱਡਤਾ, ਪੁਆਇੰਟ ਲੱਗ ਗਿਆ, ਤਾਂ ਇੰਨਾ ਹੋ ਗਿਆ 4.6। 149 ਵਟੇ 10 ਹਾਂਜੀ 1 0 ਕੀ ਕਰਾਂਗੇ, 1 0 ਇੱਥੋਂ ਖਤਮ ਕੀਤੀ, 1 ਅੰਕ ਛੱਡਤਾ, ਤਾਂ ਦਸ਼ਮਲਵ ਇੱਥੇ ਆਣਾ, ਕਿੰਨਾ ਆ ਗਿਆ 14.9। 258 ਵਟੇ 10 1 0 ਦੇਖੋ ਆਹੀ ਕਰਾਂਗੇ ਨਾ, ਮੈਂ ਡਾਇਰੈਕਟ ਲਿਖ ਰਿਹਾ, ਪਿੱਛੋਂ 1 ਛੱਡਤਾ, ਤਾਂ ਇਹ ਆ ਗਿਆ 25.8। ਠੀਕ ਹੋਇਆ, ਕੀ ਕੀਤਾ 1 0 ਤਾਂ ਪਿੱਛੋਂ ਆਪਾਂ 1 ਅੰਕ ਛੱਡਤਾ। ਸੇਮ ਇੱਕ ਦੋ ਐਗਜ਼ਾਮਪਲਾਂ ਹੋਰ ਦੇਖ ਲੈਂਦੇ ਆ। 429 ਵਟਾ 10 1 0 ਪਿੱਛੋਂ 1 ਅੰਕ ਛੱਡਿਆ, 42 ਵਟਾ 9 42.9। 1345 ਵਟਾ 10 ਸਿੱਧਾ ਸਿਸਟਮ, ਹੁਣ 1 0 ਪਿੱਛੋਂ 1 ਅੰਕ ਛੱਡਤਾ, ਪੁਆਇੰਟ ਇੱਥੇ, ਲਾਸਟ 2 4 6 9 ਪਿੱਛੋਂ 1 0 ਛੱਡੀ, ਪੁਆਇੰਟ ਇੱਥੇ ਲੱਗ ਗਿਆ। ਤਾਂ ਇਹ ਸੀ ਆਪਣਾ ਦਸ਼ਮਲਵ ਦੇ 10ਵੇਂ ਹਿੱਸੇ ਦੀ ਗੱਲ, ਜਿਸ ਤੇ ਆਪਾਂ ਥੋੜੀ ਜਿਹੀ ਗੱਲ ਕੀਤੀ ਹੈ, ਚਰਚਾ ਕੀਤੀ ਹੈ। ਅਗਲੇ ਪਾਰਟ 'ਚ ਆਪਾਂ ਅਗਲੇ ਟੌਪਿਕਸ ਤੇ ਗੱਲ ਕਰਾਂਗੇ। ਥੈਂਕ ਯੂ।